Good morning, students. Today's topic is partnership. Partnership ਕੀ ਹੁੰਦੀ ਹੈ? Partnership basically means it is a relationship between two or more persons carrying on business in common with a view to earn profit. ਕਿ ਜਦੋਂ ਦੋ ਜਾਂ ਦੋ ਤੋਂ ਜ਼ਿਆਦਾ ਜਿਹੜੇ ਪਰਸਨ ਨੇ ਇਕੱਠੇ ਹੁੰਦੇ ਨੇ ਕਿਸ ਪਰਪਸ ਕਰਕੇ ਇੱਕ ਕਾਮਨ ਬਿਜ਼ਨਸ ਨੂੰ ਸਟਾਰਟ ਕਰਦੇ ਨੇ ਸੋ ਦੈਟ ਉਹਨਾਂ ਦਾ ਮੇਨ ਮੋਟਿਵ ਕੀ ਹੁੰਦਾ ਕਿ ਅਸੀਂ ਪ੍ਰੋਫਿਟ ਅਰਨ ਕਰੀਏ। ਸੋ ਪਾਰਟਨਰਸ਼ਿਪ ਫਰਮ ਕੀ ਹੈ? ਇਹ ਦੋ ਵਰਡਸ ਆ ਜਾਂਦੇ ਨੇ, ਪਾਰਟਨਰਸ ਅਤੇ ਫਰਮ। ਪਾਰਟਨਰਸ਼ਿਪ ਫਰਮ ਵੀ ਕਿਹਾ ਜਾਂਦਾ ਇਸ ਨੂੰ। ਤਾਂ ਇਹ ਪਾਰਟਨਰਸ਼ਿਪ ਫਰਮ ਇਹ ਲੀਗਲ ਐਂਟਿਟੀ ਇਹ ਨਹੀਂ ਹੈ ਆਪਣੇ ਪਾਰਟਨਰਸ ਨੂੰ। ਜਿਵੇਂ ਆਪਾਂ ਕੰਪਨੀ ਦੇ ਵਿੱਚ ਦੇਖਿਆ ਹੁੰਦਾ ਕਿ ਕੰਪਨੀ ਦੀ ਇੱਕ ਸੈਪਰੇਟ ਲੀਗਲ ਐਂਟਿਟੀ ਹੁੰਦੀ ਹੈ, ਉਹਦੀ ਇੱਕ ਆਪਣੀ ਆਈਡੈਂਟਿਟੀ ਹੁੰਦੀ ਹੈ। ਬਟ ਪਾਰਟਨਰਸ਼ਿਪ ਦੀ ਕੀ ਹੈ? ਸੈਪਰੇਟ ਲੀਗਲ ਐਂਟਿਟੀ ਨਹੀਂ ਹੁੰਦੀ, ਇਹ ਆਪਣੇ ਪਾਰਟਨਰਸ ਤੋਂ ਡਿਫਰੈਂਟ ਨਹੀਂ ਹੁੰਦੀ। ਤਾਂ ਪਾਰਟਨਰਸ਼ਿਪ ਫਰਮ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਪਾਰਟਨਰਸ਼ਿਪ ਐਕਟ 1932 ਦੇ ਅੰਡਰ ਫਰਮ ਨੂੰ ਰਜਿਸਟਰ ਕਰਵਾਉਣਾ ਜ਼ਰੂਰੀ ਹੁੰਦਾ। ਸੋ ਪਾਰਟਨਰਸ਼ਿਪ ਦਾ ਮਤਲਬ ਕੀ ਹੈ ਕਿ ਇੱਕ ਐਸੀ ਫਰਮ ਬਿਜ਼ਨਸ ਦੀ ਜਿਹਦੇ ਵਿੱਚ ਦੋ ਜਾਂ ਦੋ ਤੋਂ ਜ਼ਿਆਦਾ ਪਰਸਨ ਇਕੱਠੇ ਹੋ ਕੇ ਕੀ ਕਰਦੇ ਨੇ? ਬਿਜ਼ਨਸ ਨੂੰ ਰਨ ਕਰਦੇ ਨੇ। ਅਤੇ ਉਹਨਾਂ ਦਾ ਮੇਨ ਮੋਟਿਵ ਕੀ ਹੁੰਦਾ? ਉਹ ਕਿਸ ਪਰਪਸ ਲਈ ਗੈਦਰ ਹੁੰਦੇ, ਕਿਸ ਪਰਪਸ ਦੇ ਲਈ ਉਹ ਕੀ ਕਰਦੇ ਨੇ? ਬਿਜ਼ਨਸ ਸਟਾਰਟ ਕਰਦੇ ਨੇ ਤਾਂ ਕਿ ਉਹ ਪ੍ਰੋਫਿਟ ਨੂੰ ਅਰਨ ਕਰ ਸਕਣ। ਸੋ ਪਾਰਟਨਰਸ਼ਿਪ ਦੀਆਂ ਨੰਬਰ ਆਫ ਡੈਫੀਨੇਸ਼ਨਸ ਗਿਵਨ ਨੇ, ਜਿਵੇਂ ਕਿ ਤੁਸੀਂ ਸਾਹਮਣੇ ਦੇਖ ਸਕਦੇ ਹੋ ਕਿ ਥੋਮਸ ਵੱਲੋਂ ਜਾਂ ਪ੍ਰੋਫੈਸਰ ਕੈਂਟ ਵੱਲੋਂ ਵੀ ਡੈਫੀਨੇਸ਼ਨ ਦਿੱਤੀ ਹੋਈ ਹੈ। ਸੋ ਪਾਰਟਨਰਸ਼ਿਪ ਕੀ ਹੁੰਦੀ ਹੈ? ਇਜ਼ ਅ ਐਸੋਸੀਏਸ਼ਨ ਆਫ ਪੀਪਲ ਹੂ ਕੈਰੀ ਔਨ ਬਿਜ਼ਨਸ ਟੂਗੇਦਰ ਫॉर द ਪਰਪਸ ਆਫ ਮੇਕਿੰਗ ਪ੍ਰੋਫਿਟ। ਜੋ ਕਿ ਆਪਾਂ ਹੁਣੇ ਡਿਸਕਸ ਕਰ ਸਕਦੇ ਹਾਂ ਕਿ ਇੱਕ ਐਸੀ ਲੋਕਾਂ ਦੀ ਇੱਕ ਐਸੀ ਐਸੋਸੀਏਸ਼ਨ ਕਿ ਜਿਹੜੇ ਕੀ ਕਰਦੇ ਨੇ, ਕਿਸ ਪਰਪਸ ਕਰਕੇ ਇਕੱਠੇ ਕਰਦੇ ਨੇ, ਕਿਸ ਪਰਪਸ ਕਰਕੇ ਬਿਜ਼ਨਸ ਨੂੰ ਇਕੱਠੇ ਚਲਾਉਂਦੇ ਨੇ ਤਾਂ ਕਿ ਅਸੀਂ ਪ੍ਰੋਫਿਟ ਨੂੰ ਅਰਨ ਕਰ ਸਕੀਏ। ਸੋ that is partnership. Partnership ਦੇ number of types ਨੇ। partnership at will, partnership for a fixed period, particular partnership, general partnership। particular partnership ਦੇ ਵਿੱਚ ਕੀ ਆ ਜਾਂਦਾ ਹੈ? ਸਭ ਤੋਂ ਪਹਿਲਾਂ ਹੁੰਦਾ ਪਾਰਟਨਰਸ਼ਿਪ ਐਟ ਵਿਲ। ਪਾਰਟਨਰਸ਼ਿਪ ਐਟ ਵਿਲ ਦੇ ਵਿੱਚ ਕੀ ਮਤਲਬ ਹੁੰਦਾ ਹੈ ਕਿ ਜਦੋਂ ਜਿਹੜੀ ਪਾਰਟਨਰਸ਼ਿਪ ਹੈ ਉਹ ਜਿਹੜੇ ਪਾਰਟਨਰਸ ਨੇ ਉਹ ਕੀ ਕਰਦੇ ਨੇ? ਪਾਰਟਨਰਸ਼ਿਪ ਦੀਆਂ ਕਿੰਨੀਆਂ ਟਾਈਪਸ ਹੁੰਦੀਆਂ ਨੇ? ਪਾਰਟਨਰਸ਼ਿਪ ਦੀਆਂ ਜਿਹੜੇ 4 ਕੈਟੇਗਰੀਜ਼ ਦੇ ਵਿੱਚ ਡਿਵਾਈਡ ਕੀਤਾ ਗਿਆ। ਪਾਰਟਨਰਸ਼ਿਪ ਐਟ ਵਿਲ ਦਾ ਮਤਲਬ ਕੀ ਹੁੰਦਾ ਹੈ ਕਿ ਜਿਹੜੀ ਪਾਰਟਨਰਸ਼ਿਪ ਹੁੰਦੀ ਹੈ ਉਹ ਇੱਛਾ ਦੇ ਉੱਤੇ, ਸਾਡੀ ਵਿਸ਼ ਦੇ ਉੱਤੇ, ਸਾਡੀ ਵਿਲ ਦੇ ਉੱਤੇ ਡਿਪੈਂਡ ਕਰਦੀ ਹੈ। ਉਸਨੂੰ ਕੀ ਕਹਿੰਦੇ? ਪਾਰਟਨਰਸ਼ਿਪ ਕਹਿੰਦੇ ਨੇ। ਮੀਨਸ ਜਿੰਨਾ ਟਾਈਮ ਪੀਰੀਅਡ ਤੱਕ ਅਸੀਂ ਚਾਹੁੰਦੇ ਹਾਂ ਕਿ ਹਾਂ ਅਸੀਂ ਇਹ 4 ਜਾਣੇ ਹਾਂ, ਪਾਰਟਨਰ ABC D ਚਾਰੋਂ ਪਾਰਟਨਰ ਜਿੰਨਾ ਟਾਈਮ ਪੀਰੀਅਡ ਆਪਣੀ ਮਿਊਚੁਅਲ ਕੰਸੈਂਟ ਦੇ ਨਾਲ ਆਪਣਾ ਬਿਜ਼ਨਸ ਰਨ ਕਰਨਾ ਚਾਹੁੰਦੇ ਹੈ ਤਾਂ ਉਹ ਜਿਹੜੀ ਪਾਰਟਨਰਸ਼ਿਪ ਕਿਸੇ ਪਰਸਨ ਦੀ ਮਿਊਚੁਅਲ ਅੰਡਰਸਟੈਂਡਿੰਗ ਉਹਦੀ ਵਿਸ਼ ਦੇ ਉੱਤੇ ਡਿਪੈਂਡ ਕਰਦੀ ਹੈ ਕਿ ਆਪਣੀ ਵਿਲਿੰਗਨੈਸ ਦੇ ਨਾਲ ਉਹ ਬਿਜ਼ਨਸ ਨੂੰ ਕੈਰੀ ਔਨ ਕਰਨਾ ਚਾਹੁੰਦੇ ਨੇ, ਉਹ ਕੀ ਕਹੂਗੀ? ਪਾਰਟਨਰਸ਼ਿਪ ਐਟ ਵਿਲ। ਸੈਕਿੰਡ ਇਜ਼ ਪਾਰਟਨਰਸ਼ਿਪ ਫॉर ਅ ਫਿਕਸ ਪੀਰੀਅਡ। ਜਦੋਂ ਵੀ ਪਾਰਟਨਰਸ਼ਿਪ ਸਟਾਰਟ ਹੁੰਦੀ ਹੈ ਉਸ ਟਾਈਮ ਪੀਰੀਅਡ ਦੇ ਉੱਤੇ ਉਹ ਕੀ ਕਰਦੇ ਆ? ਆਪਸ ਦੇ ਵਿੱਚ ਪਹਿਲਾਂ ਹੀ ਇਹ ਮਾਈਂਡ ਦੇ ਵਿੱਚ ਡਿਸਕਸ ਕਰ ਲੈਂਦੇ ਨੇ ਕਿ ਹਾਂ ਜਿਹੜੀ ਅਸੀਂ ਇਹ ਪਾਰਟਨਰਸ਼ਿਪ ਹੈ 5 ਈਅਰ ਲਈ ਰਨ ਕਰਾਂਗੇ, 7 ਈਅਰ ਲਈ ਰਨ ਕਰਾਂਗੇ ਜਾਂ 10 ਸਾਲ ਲਈ ਅਸੀਂ ਇਕੱਠੇ ਬਿਜ਼ਨਸ ਕਰਾਂਗੇ। ਉਸ ਤੋਂ ਬਾਅਦ ਸਾਡਾ ਜਿਹੜਾ ਬਿਜ਼ਨਸ ਹੈ ਆਪਣਾ ਹੋ ਜਾਏਗਾ। ਤਾਂ ਜਦੋਂ ਉਹ ਕੀ ਕਰਦਾ? ਫਿਕਸ ਟਾਈਮ ਪੀਰੀਅਡ ਲਈ ਜਿਹੜੀ ਪਾਰਟਨਰਸ਼ਿਪ ਕੀਤੀ ਜਾਂਦੀ ਹੈ ਉਹ ਕੀ ਹੈ? ਪਾਰਟਨਰਸ਼ਿਪ ਫॉर ਅ ਫਿਕਸ ਪੀਰੀਅਡ, ਦੈਟ ਇਜ਼ ਸੈਕਿੰਡ ਟਾਈਪ। ਥਰਡ ਹੈ ਪਰਟੀਕੂਲਰ ਪਾਰਟਨਰਸ਼ਿਪ ਦੇ ਵਿੱਚ ਕੀ ਹੁੰਦੀ ਹੈ ਕਿ ਜਦੋਂ ਕਿਸੇ ਸਪੈਸ਼ਲ ਟਾਸਕ ਦੇ ਲਈ ਹੀ ਉਹ ਪਾਰਟਨਰਸ਼ਿਪ ਕੀਤੀ ਜਾਂਦੀ ਹੈ। ਫੋਰ ਐਗਜ਼ਾਮਪਲ ਕੋਈ ਬਿਲਡਿੰਗ ਕੰਸਟਰਕਟ ਕਰਨੀ ਸੀ ਜਾਂ ਕੋਈ ਪ੍ਰੋਜੈਕਟ ਸੀ ਜਿਹਨੂੰ ਕਵਰ ਅਪ ਕਰਨਾ ਹੈ, ਉਸ ਪ੍ਰੋਜੈਕਟ ਨੂੰ ਜਦੋਂ ਕੰਪਲੀਟ ਕਰਨ ਦੇ ਲਈ ਜਿੰਨੇ ਟਾਈਮ ਪੀਰੀਅਡ ਦੇ ਲਈ ਉਹ ਪਾਰਟਨਰਸ਼ਿਪ ਕੀਤੀ ਜਾਂਦੀ ਹੈ ਉਸਨੂੰ ਕੀ ਕਹਿੰਦੇ ਆ? ਪਰਟੀਕੂਲਰ ਪਾਰਟਨਰਸ਼ਿਪ। ਲਾਸਟ ਇਜ਼ ਜਨਰਲ ਪਾਰਟਨਰਸ਼ਿਪ ਦੇ ਵਿੱਚ ਕੀ ਹੋ ਸਕਦਾ ਹੈ ਕਿ ਕੋਈ ਵੀ ਜਿਹੜੇ ਪਾਰਟਨਰਸ ਨੇ ਉਹ ਕੀ ਕਰਦੇ ਆ ਕਿ ਉਹਨਾਂ ਦਾ ਕੋਈ ਫਿਕਸ ਟਾਰਗੇਟ ਨਹੀਂ ਹੈ ਵੀ ਹਾਂ ਅਸੀਂ ਇਹ ਪ੍ਰੋਜੈਕਟ ਕੰਪਲੀਟ ਕਰਨਾ। ਉਹ ਵੈਸੇ ਹੀ ਜਨਰਲ ਕੋਈ ਵੀ ਆਪਣਾ ਬਿਜ਼ਨਸ ਡਿਸਾਈਡ ਕਰ ਲੈਂਦੇ ਨੇ ਉਸ ਟਾਈਮ ਪੀਰੀਅਡ ਦੇ ਲਈ ਜਿੰਨਾ ਟਾਈਮ ਬਿਜ਼ਨਸ ਵਧੀਆ ਚੱਲੇਗਾ ਅਸੀਂ ਕੈਰੀ ਔਨ ਕਰੀ ਜਾਵਾਂਗੇ। ਤਾਂ ਉਹ ਜਿਹੜੀ ਪਾਰਟਨਰਸ਼ਿਪ ਹੁੰਦੀ ਹੈ ਉਹ ਕੀ ਹੁੰਦੀ ਹੈ? ਜਨਰਲ ਪਾਰਟਨਰਸ਼ਿਪ। ਸੋ ਕਲੀਅਰ 4 ਟਾਈਪਸ ਹੁੰਦੀਆਂ ਪਾਰਟਨਰਸ਼ਿਪ ਦੀਆਂ। ਪਾਰਟਨਰਸ਼ਿਪ ਐਟ ਵਿਲ, ਪਾਰਟਨਰਸ਼ਿਪ ਫॉर ਅ ਫਿਕਸ ਪੀਰੀਅਡ, ਪਰਟੀਕੂਲਰ ਪਾਰਟਨਰਸ਼ਿਪ ਐਂਡ ਜਨਰਲ ਪਾਰਟਨਰਸ਼ਿਪ। ਨਾਓ ਨੈਕਸਟ ਇਜ਼ ਪਾਰਟਨਰ। ਹੁਣ ਇਹਦੇ ਵਿੱਚ ਬਾਰ ਅਸੀਂ ਇੱਕ ਟਰਮ ਯੂਜ਼ ਕਰ ਰਹੇ ਹਾਂ ਪਾਰਟਨਰ ਕੌਣ ਹੁੰਦੇ ਨੇ? ਪਾਰਟਨਰ ਬੇਸਿਕਲੀ ਮੀਨਸ ਦ ਪਰਸਨਸ ਜਿਹੜੇ ਕੀ ਕਰਦੇ ਨੇ ਉਹ ਬਿਜ਼ਨਸ ਨੂੰ
ਰਨ करते हैं जोड़े की कहते पार्टनरशिप फर्म के लिए जोड़े मेन मैंबरस ने जोड़े परसन ने जोड़े पार्टनरशिप के एंटर करते हैं एक इंडिविजुअली एंटर करके एक ग्रुप बनाते हैं कि असी जिमें सपोज मैं हुणे एग्जाम्पल ली सी पार्टनर्स 4 पार्टनर है ABCD वो जोड़े 4 परसन है इकट्ठे हुए ने एक पर्टिकुलर एक जो कॉमन ऑब्जेक्टिव है उन्होंने अचीव करने के लिए प्रॉफिट नू अर्न करने लिए तो जोड़े परसनस ने जोड़े पार्टनरशिप एंटर होंगे ने वो परसनस नू की कहा जाता है पार्टनर्स कहा जाता है। हुण पार्टनर्स दी अगे टाइप आ जाती है। सो फर्स्ट पॉइंट इज एक्टिव पार्टनर कहना द पर्सन हू टेक्स एक्टिव इंटरस्ट इन द कंडक्ट एंड मैनेजमेंट ऑफ द बिजनेस ऑफ अ फर्म इज नोन एज एक्टिव और मैनेजिंग पार्टनर कि जेड़े परसन किसी भी जो भी उन्होंने पार्टनरशिप फर्म है वो एक्टिवली पार्टिसिपेट कर रहा है हर एक एक्टिविटी च इनवॉल्व हो रहा है प्रॉपरली इंटरस्ट लै रहा है हर एक एक्टिविटी दे विच बिजनेस दी जिहड़ियां भी ट्रांजैक्शनस ने तो वो पार्टनर नूं की कहांगे असी एक्टिव पार्टनर। सैकेंड है स्लीपिंग पार्टनर किहड़ा हुंदा अ पार्टनर हू स्लीप्स दैट इज he does not take active part in the management of the business. Such a partner only contribute to share capital of the funds कि जेड़े भी पार्टनर्स की हुंदे ने जेड़े पार्टनरशिप फर्म दे विच की करते ने कि जस्ट उन्होंने फंड्स इन्वेस्ट कर दिते ते उस तो बाद की कर दिता किसी एक्टिविटी दे विच ना तो बिजनेस की किसी एक्टिविटी च इनवॉल्व नहीं हो रहे तो जस्ट उन्होंने की कॉन्ट्रीब्यूशन सी कि असी कंपनी दे विच फंड्स इन्वेस्ट करने कैपिटल्स लगानी है ठीक है। तो वो जोड़े पार्टनर्स होंगे ने दैट पार्टनर आर नोन एज स्लीपिंग पार्टनर। नेक्स्ट इज normal partner के अंदर normal partner is one who does not have any real interest in the business but lends his name to a firm without any capital contribution and does not share the profit of the business कि जेडे नॉर्मल जेडे पार्टनर्स हुंदे ने वो जेडे पार्टनर्स की करते ने वो किस पर्पस करके हुंदे ने कि जेडे नॉमिनल पार्टनर्स जेडे हुंदे ने वो पार्टनर हुंदे ने कि जेडे ना तक उहदे विच बिजनेस दे विच जेड़ा पार्टनरशिप दे विच ना तक कैपिटल इन्वेस्ट करते ने ना ही जेड़ा उन्हां दा की करदे आ जेड़ा भी प्रॉफिट अर्न हो रहा है उहदे विच कोई पार्टिसिपेट करते ने ओह की करते ने जस्ट पार्टनरशिप फर्म दे विच जो उन्हां दी जो नेम है ठीक है उस नेम दे लई अपना नेम कॉन्ट्रीब्यूट करवाते ने बिजनेस दे लई ठीक है ना तो उन्होंने की कैपिटल कॉन्ट्रीब्यूट किया ना ही उन्होंने जो बिजनेस का प्रॉफिट होया उहदे लई कीता जस्ट उन्होंने नेम एंटर होया ताकि अपने आप को जस्ट मतलब एक नेम एंटर करवाने दे लई बिजनेस दे विच एंटर हुए ने पार्टनरशिप ते वो की हुंदे नॉमिनल पार्टनर्स हुंदे ने। उस तो बाद आ जांदा माइनर एज अ पार्टनर कि पार्टनरशिप फर्म दे वैसे तो एक एग्रीमेंट है तो ये अगर कोई भी माइनर जिहदी एज लैस दैन 18 है तो वह भी वो की कर सकता है पार्टनरशिप दे विच मैंबर बन सकता है क्योंकि जिहड़ा माइनर है उहदी एक स्पैशलिटी भी है कि उहदे माइनर की है बेनीफिशरी हो सकता है तो प्रॉफिट जिन्ना अर्न होएगा पार्टनरशिप दे विच उहदा बेनीफिट लै सकता है बट किसी कॉन्ट्रैक्ट दे विच उहदा नेम भी वो कॉन्ट्रैक्ट नहीं कर सकता बट बेनीफिशरी एज अ बेनीफिशरी पार्टनरशिप फर्म दे विच ऐड हो सकता है। इस तो इलावा भी बहुत सारे टाइप्स ने जिमें कि क्या सब पार्टनर्स होंगे ने सब पार्टनर्स किहड़े हो जाते हैं जिहड़े पार्टनर्स ने वो की करते हैं नाल अपने एक असिस्टेंट नाल उन्हां दा एक होर पार्टनर हो जाता है ठीक है जिहदे कोल कोई राइट नहीं हुंदा बट वो की करता है कि प्रॉफिट दे लई जिहड़ा भी है भी नाल वो कॉन्ट्रीब्यूट करता जिहड़े अदर पार्टनर्स हुंदे ने। सो इस तरीके नाल नंबर ऑफ पार्टनर्स हो सकते हैं ठीक है पार्टनर्स दे डिफरेंट डेफिनेशन ने। नेक्स्ट है अपना इंपॉर्टेंट टॉपिक फीचर्स ऑफ पार्टनरशिप इन बिजनेस पार्टनरशिप फर्म दे फीचर्स की ने तो जेडे फीचर्स ने सब तो पहला जो फीचर है दैट इज ईजी फॉर्मेशन कि जी पार्टनरशिप है उसनू फॉर्म करना उसनू बनाना बहुत ईजी है जोड़ा पार्टनरशिप एक्ट 1932 के अंडर अपने आप को रजिस्टर करवा के कोई भी जी परसन की एसोसीएशन है ये मिनीमम 2 मैंबरस होने जरूरी है वो की कर सकते हैं किसी भी कॉमन ऑब्जेक्टिव अपना दस के अपने आप को पार्टनरशिप एक्ट के अंडर रजिस्टर करवा सकती है ठीक है। तो एक ही है फर्स्ट फीचर है कि इसनू स्टार्ट करना बहुत ही ज़्यादा ईजी है। उस तो बाद की आ जाता है कि सैकेंड है प्लूरैलिटी ऑफ मैंबर्स
कि ਇਹਦੇ ਵਿੱਚ ਇਹ ਨਹੀਂ ਹੈਗਾ ਵੀ ਹਾਂਜੀ ਵੀ ਅਗਰ ਇੱਕ ਮੈਂਬਰ ਹੈ ਤਾਂ ਮਤਲਬ ਇੱਕ ਦੋ ਹੀ ਮੈਂਬਰ ਹੋ ਸਕਦੇ, ਤਿੰਨ ਵੀ ਨੰਬਰ ਆਫ ਮੈਂਬਰਸ ਜਿਹੜੇ ਨੇ ਉਹ ਇਸ ਦੇ ਵਿੱਚ ਕੀ ਹੋ ਸਕਦੇ ਨੇ, ਐਂਟਰ ਹੋ ਸਕਦੇ ਨੇ। ਨੈਕਸਟ ਇਜ਼ ਕਿ ਇਹਦੇ ਵਿੱਚ ਕੀ ਆ ਜਾਂਦਾ ਹੈ, कॉन्ट्रैक्चुअल रिलेशनशिप। कॉन्ट्रैक्चुअल रिलेशनशिप ਦੇ ਵਿੱਚ ਕੀ ਹੋਏਗਾ ਕਿ ਜਿਹੜੇ ਵੀ ਇਹ ਪਾਰਟਨਰਸ਼ਿਪ ਹੁੰਦੀ ਹੈ ਇਹਦੇ ਵਿੱਚ ਜਿਹੜੇ ਮੈਂਬਰਸ ਹੁੰਦੇ ਨੇ ਉਹਨਾਂ ਦਾ ਇੱਕ ਕॉन्ट्रैक्ट ਹੁੰਦਾ ਹੈ। कॉन्ट्रैक्ट किस रिलेटेड होंगे कि एक कंपनी का एक जो पार्टनरशिप है उसका कॉमन ऑब्जेक्टिव है उसनों अचीव करना कि जो प्रॉफिट है उसनों असी डिवाइड करना एज पर पार्टनरशिप डीड। तो उन्होंने कॉन्ट्रैक्ट होंगे कि असी इस परपस नूं इस ऑब्जेक्टिव नूं अचीव करने के लिए ये एसोसीएशन ये पार्टनरशिप स्टार्ट की है। नैक्सट इज सप्लाई ऑफ कैपिटल। वो की करते हैं जोड़े पार्टनर्स ने वो अपनी अपनी जो कैपिटल है वो पार्टनरशिप फर्म च इन्वेस्ट करते हैं, उसनों कैपिटल नूं यूटिलाइज करके ही अगे बिजनेस रन आउट होंदा है। एडमिनिस्ट्रेशन ये एडमिनिस्ट्रेशन बहुत ईजी है क्योंकि ये की है जोड़े पार्टनर्स ने वो लिमिटेड होंगे ने, ये की है कोई एक्सटर्नल अफेयर्स पब्लिक इन्वॉल्व नहीं होंगी, वो ईजिली जो अपना बिजनेस है प्रॉपरली मैनेज कर सकते हैं। उस तो बाद अनलिमिटेड लाइबिलिटीज़। हुण जिवें कि एक टर्म बोली सी कि जिहड़े पार्टनरशिप हुंदा दैट इज़ नॉट डिफरेंट, दैट इज़ नॉट अ लीगल एंटिटी, सैपरेट लीगल एंटिटी। तो उहदे विच क्या कि पार्टनर्स पार्टनरशिप फर्म तो डिफरेंट नहीं हुंदे। इन केस अगर बिजनेस लॉस च जांदा है तो उन्हां नूं अपने पर्सनल जो भी प्रॉपर्टी है उहदे विचों भी लाइबिलिटी पे करनी पैंदी है। सो इदां दी अनलिमिटेड लाइबिलिटीज़ हुंदियां। लिमिटेशन ऑफ साइज़ फिक्स है भी हाँ जी जिहड़े पार्टनर्स ने उन्हां दी नंबरिंग दिती हुई है भी हाँ जी इन्नी इस जिमें मिनीमम 2 मैंबरस हो सकते हैं, मैक्सीमम 20 मैंबरस हो सकते हैं, उस तो ज़्यादा तुसी मैंबरस नूं एंटर नहीं करवा सकते। दैन ਇਹਦੇ ਵਿੱਚ ਇਹ ਵੀ ਲਿਮਿਟੇਸ਼ਨ ਹੈ ਸਾइज़ ਦੇ अकॉर्डिंग कि किन्ने मैंबरस है, किन्ने परसन है, किन्नियां पार्टनरशिप च एंटर कर सकते हैं, उस तो ज़्यादा नहीं। उस तो बाद नैक्सट ਇਹਦਾ फीचर की है शेयरिंग ऑफ प्रॉफिट एंड लॉस कि जस्ट प्रॉफिट चाहे इन्हों का मेन ऑब्जेक्टिव की है कि प्रॉफिट अर्न करना, बट इन केस अगर लॉस भी हो जाता है तो वो भी पार्टनर्स इक्वली ही शेयर करते हैं। तो प्रॉफिट एंड लॉस इक्वली शेयरिंग होंगे। तो ये की होंगे म्यूचुअली ट्रस्ट और कॉन्फिडेंस सारे पार्टनर्स का होंगे, एक दूसरे पर ट्रस्ट करके ही बिजनेस करते हैं। म्यूचुअल एजेंसी होंगी है, सारे पार्टनर्स को इक्वल राइट होंगे डिसीजन लैन का। जो भी कोई डिसीजन लिया जाता है वो सारे पार्टनर्स का इक्वल कॉन्ट्रीब्यूशन होंगे, इक्वल पार्टिसिपेशन होंगी है। ठीक है, उस तो बाद ये रजिस्ट्रेशन है, मतलब ये नहीं है कि कोई भी जोड़ा पार्टनर कोई भी मैंबर्स इकट्ठे होकर एक एसोसीएशन एक पार्टनरशिप बना लेंगे तो उन्होंने एक लीगली एंटिटी मिल जाएगी, नहीं, ये रजिस्ट्रेशन करवानी जरूरी है। ਇਹਦੇ ਵਿੱਚ बस एक प्रॉब्लम है कि एक ही है एबसेंस ऑफ लीगल एंटिटी कि पार्टनरशिप जी अपने पार्टनर्स तो डिफरेंट नहीं है। ये ऑनरशिप ट्रांसफर नहीं कर सकते भी जिहड़े परसन ने कॉन्ट्रीब्यूट किया वह उन्ना ही रहेगा। ये नहीं है कि मेरे अगर ऑनरशिप ट्रांसफर करते हैं तो ये ऑनरशिप ट्रांसफर नहीं हो सकती। उस तो बाद अनसर्टिनिटी ऑफ स्टैबिलिटी बिजनेस है, ये की हो सकता है फ्यूचर अनसर्टेन है। तो ये असीं ये नहीं कह सकते कि साडा जी पार्टनरशिप है 2 ईयर्स चलेगी, 4 ईयर चलेगी, 10 ईयर चलेगी, क्योंकि डिपेंड अपॉन द बिजनेस कि रन 10 ईयर भी रन हो सकता है, 15 ईयर्स भी हो सकता है, मे बी पॉसिबल कि ये 1 ईयर भी रन ना होवे। सो ये तो सी दे फीचर्स। हुण ये की आ जाता है एडवेंटेजिज आपां हुणे कर एडवेंटेजिज सीगे जिहड़े दे ते पार्टनरशिप दे क्या जिवें आपां पहला पॉइंट दस्सिया एडवेंटेज उहदे विच फीचर्स दस्सिया फॉर्मेशन ईजी है, कैपिटल की रिक्वायरमेंट होंदी है, जॉइंट्स एफर्ट होंदे ने। ठीक है, कलैक्टिव डिसीजन लिया जाता है, मैनेज क्योंकि नंबर ऑफ मैंबर्स घट होंदे तो एडमिनिस्ट्रेशन बहुत ईजीली हो सकती है। तो ये सारे जोड़े पार्टनर्स है दे विल बी रेडी टू टेक द रिस्क लेंदे कि प्रॉफिट भी हो सकता है तो लॉस भी हो सकता है, रिस्क इक्वली लिया जाता है। ठीक है, तो ये लीगल फॉर्मैलिटीज़ तो फ्री होंगे है, लोन भी रिसीव एलोकेट हो सकते हैं, इन्होंने लोन की फैसिलिटी होंगी है, फ्लैक्सीबल इन नेचर होंगी है कि जिन्ना टाइम पीरियड तक पार्टनरशिप रन करना चाहते रन कर सकते हैं। जो ये चाहते हैं कि नहीं हुण असीं बिजनेस नहीं कैरी ऑन करना चाहते तो म्यूचुअल अंडरस्टैंडिंग नाल की कर सकते हैं बिजनेस नूं शट डाउन भी कर सकते हैं। तो ये की हो सकता है कि ये तो सी ये एडवेंटेज। हुण डिसएडवेंटेज की है
ਜਿਵੇਂ ਮੈਂ ਉਹਦੇ ਫੀਚਰਸ 'ਚ ਵੀ ਪੁਆਇੰਟ ਕੀਤਾ ਅਨਲਿਮਿਟਿਡ ਲਾਇਬਿਲਿਟੀ ਕਿ ਜਿੰਨੇ ਤੁਸੀਂ ਫੰਡਸ ਇਨਵੈਸਟ ਕੀਤੇ ਉਸ ਤੋਂ ਇਲਾਵਾ ਵੀ ਇਨ ਕੇਸ ਬਿਜ਼ਨਸ 'ਚ ਲਾਸ ਹੁੰਦਾ ਤਾਂ ਪਰਸਨਲ ਪ੍ਰੋਪਰਟੀਜ਼ ਦੇ ਵਿੱਚੋਂ ਵੀ ਉਹ ਲਾਇਬਿਲਿਟੀ ਪੇ ਆਫ ਕਰਨੀ ਪੈਂਦੀ ਹੈ। ਉਸ ਤੋਂ ਬਾਅਦ ਜਿਹੜੇ ਪਾਰਟਨਰਸ ਹੈ ਉਹਨਾਂ ਦੀ ਮਿਊਚੁਅਲ ਅੰਡਰਸਟੈਂਡਿੰਗ ਉਹਨਾਂ ਦੇ ਵਿੱਚ ਇੰਨੀ ਅੱਛੀ ਹੋਣੀ ਚਾਹੀਦੀ ਹੈ ਕਿ ਅਗਰ ਕੋਈ ਵੀ ਡਿਸੀਜ਼ਨ ਲਿਆ ਜਾਂਦਾ ਹੈ ਤਾਂ ਸਭ ਦਾ ਇਕੁਅਲ ਕੰਟਰੀਬਿਊਸ਼ਨ ਹੋਣਾ ਚਾਹੀਦਾ। ਹੁਣ ਸਮ ਟਾਈਮ ਕੀ ਹੁੰਦਾ ਕੁਝ ਪਾਰਟਨਰਸ ਕੀ ਹੋ ਸਕਦਾ ਹੈ ਵਿਲਿੰਗ ਹੋ ਸਕਦਾ ਡਿਸੀਜ਼ਨ ਲੈਣ ਲਈ, ਕੁਝ ਪਾਰਟਨਰ ਕੀ ਹੋ ਸਕਦਾ ਵਿਲਿੰਗ ਨਹੀਂ ਹੁੰਦੇ, ਤਾਂ ਇਸ ਕਰਕੇ ਜਦੋਂ ਡਿਸੀਜ਼ਨ ਲਿਆ ਜਾਂਦਾ ਉਸ ਡਿਸੀਜ਼ਨ ਲੈਣ ਲੱਗੇ ਡਿਲੇ ਵੀ ਹੋ ਸਕਦੀ ਹੈ। ਦੈਨ ਐਡਮਿਨਿਸਟ੍ਰੇਟਿਵ ਕੰਪਲੈਕਸਿਟੀ ਇਹਦੇ ਵਿੱਚ ਕੀ ਹੁੰਦਾ ਹੁਣ ਹਰ ਇੱਕ ਪਰਸਨ ਹੈ ਉਹ ਕਿਉਂਕਿ ਸਭ ਕੋਲ ਇਕੁਅਲ ਰਾਈਟ ਹੈ ਤਾਂ ਕੋਈ ਕਹਿੰਦਾ ਕਿ ਮੇਰੇ ਅਕੋਰਡਿੰਗ ਕੰਮ ਹੋਵੇ, ਕੋਈ ਪਰਸਨ ਚਾਹੁੰਦਾ ਦੂਸਰੇ ਦੇ ਅਕੋਰਡਿੰਗ ਕੰਮ ਹੋਵੇ। ਸੋ ਇਹਦੇ ਵਿੱਚ ਐਡਮਿਨਿਸਟ੍ਰੇਸ਼ਨ 'ਚ ਇਹ ਚੀਜ਼ਾਂ ਦੀ ਥੋੜ੍ਹੀ ਪ੍ਰੋਬਲਮ ਹੋ ਸਕਦੀ ਹੈ। ਮੈਨੇਜਮੈਂਟ ਪ੍ਰੋਪਰਲੀ ਐਫੀਸ਼ੀਐਂਟਲੀ ਕੰਮ ਨਹੀਂ ਕਰ ਸਕਦੀ। ਕੈਪੀਟਲ ਦੇ ਵਿੱਚ ਵੀ ਲਿਮਿਟੇਸ਼ਨਸ ਆ ਜਾਂਦੀਆਂ ਨੇ ਕਿਉਂਕਿ ਹੁਣ ਕਿਸੇ ਪਰਸਨ ਨੇ ਪਾਰਟਨਰ ਏ ਨੇ ਸਪੋਜ਼ 5 ਲੱਖ ਇਨਵੈਸਟ ਕੀਤਾ, ਪਾਰਟਨਰ ਬੀ ਨੇ ਇਨਵੈਸਟ ਕੀਤਾ 8 ਲੱਖ ਰੁਪੀਜ਼, ਤਾਂ ਓਬਵੀਅਸਲੀ ਪਾਰਟਨਰ ਬੀ ਕਹੇਗਾ ਮੇਰੇ ਫੰਡ ਜ਼ਿਆਦਾ ਇਨਵੈਸਟਡ ਨੇ ਤਾਂ ਮੇਰੇ ਅਕੋਰਡਿੰਗ ਹੀ ਬਿਜ਼ਨਸ ਨੂੰ ਰਨ ਕੀਤਾ ਹੈ। ਤਾਂ ਉਸ ਕਰਕੇ ਉਹ ਜਿਹੜੀਆਂ ਜੁਆਇੰਟ ਰਿਸਪੋਂਸੀਬਿਲਿਟੀਜ਼ ਹੈ ਉਹਨਾਂ ਨੂੰ ਲੈਣ ਦੇ ਵਿੱਚ ਰਿਸਕ ਵੀ ਹੁੰਦਾ ਹੈ। ਮਿਊਚੁਅਲ ਟਰਸਟ ਦੇ ਉੱਤੇ ਪ੍ਰੋਬਲਮ ਆਉਂਦੀ ਹੈ ਕਿ ਕਈ ਵਾਰ ਬਿਜ਼ਨਸ ਦੇ ਵਿੱਚ ਇੱਦਾਂ ਦੇ ਕੁਛ ਐਕਟੀਵਿਟੀਜ਼ ਹੁੰਦੀਆਂ, ਇੱਦਾਂ ਦੇ ਕੁਛ ਮਤਲਬ ਲਗਾ ਲਓ ਡੀਲਿੰਗਸ ਹੋ ਜਾਂਦੀਆਂ ਨੇ ਜਿਹਦੇ ਕਰਕੇ ਉਹਨਾਂ ਦੇ ਆਪਸ ਦੇ ਵਿੱਚ ਮਿਊਚੁਅਲ ਟਰਸਟ ਵਿੱਚ ਵੀ ਪ੍ਰੋਬਲਮ ਆਉਂਦੀ ਹੈ। ਕਈ ਵਾਰ ਕਿ ਇਕੱਠੇ ਕੰਮ ਕਰਨ ਦੇ ਲਈ ਨਹੀਂ ਰਾਜ਼ੀ ਹੁੰਦੇ ਤਾਂ ਲੈਕ ਆਫ ਟੀਮ ਸਪਿਰਿਟ ਵੀ ਹੈ। ਤਾਂ ਇਹਦੇ ਵਿੱਚ ਕੀ ਹੈ ਵੀ ਸੋਸ਼ਲ ਕਨੈਕਸ਼ਨ ਦੀ ਫੈਸਿਲਿਟੀ ਨਹੀਂ ਹੈ। ਸੋਸ਼ਲ ਕਨੈਕਸ਼ਨ ਬੇਸਿਕਲੀ ਮੀਨਸ ਕਿ ਜਿਹੜੇ ਮੈਂਬਰਸ ਨੇ ਜਿਹੜੇ ਪਾਰਟਨਰਸ ਨੇ ਮਿਲ ਕੇ ਇਹ ਐਸੋਸੀਏਸ਼ਨ ਰਨ ਕੀਤੀ ਹੈ ਸਿਰਫ ਉਹੀ ਰਹਿਣਗੇ। ਤੁਸੀਂ ਪਬਲਿਕ ਨੂੰ ਕਿਸੇ ਆਊਟਸਾਈਡਰ ਨੂੰ ਇਹਦੇ ਵਿੱਚ ਇਨਵੋਲਵ ਨਹੀਂ ਕਰ ਸਕਦੇ। ਅਗਰ ਕਰਦੇ ਹੋ ਤਾਂ ਉਹਦੀ ਨਿਊ ਪਾਰਟਨਰ ਉਹ ਵੀ ਇੱਕ ਤਰੀਕੇ ਦਾ ਐਜ਼ ਅ ਪਾਰਟਨਰ ਹੀ ਐਂਟਰ ਹੋ ਸਕਦਾ, ਅਦਰਵਾਈਜ਼ ਤੁਸੀਂ ਕਿਸੇ ਹੋਰ ਨੂੰ ਇਸ ਦੇ ਵਿੱਚ ਐਂਟਰ ਨਹੀਂ ਕਰਵਾ ਸਕਦੇ। So these are the disadvantages of partnership. Next term is registration of partnership in business. Registration business ਦੇ ਵਿੱਚ ਜਿਹੜੀ ਪਾਰਟਨਰਸ਼ਿਪ ਕਰਨ ਦੇ ਵਿੱਚ ਜਦੋਂ ਤੁਸੀਂ ਰਜਿਸਟ੍ਰੇਸ਼ਨ ਕਰਨੀ ਹੈ ਤਾਂ ਪਾਰਟਨਰਸ਼ਿਪ ਫਰਮ ਦੇ ਵਿੱਚ ਤੁਸੀਂ ਰਜਿਸਟ੍ਰੇਸ਼ਨ ਕਿਸ ਤਰੀਕੇ ਨਾਲ ਕਰਵਾ ਸਕਦੇ ਹੋ। ਸੌਰੀ, ਰਜਿਸਟ੍ਰੇਸ਼ਨ ਕੀ ਹੈ ਕਿ ਜਦੋਂ ਵੀ ਬਿਜ਼ਨਸ ਪਾਰਟਨਰਸ਼ਿਪ ਫਰਮ ਨੇ ਕੀ ਕਿਹਾ ਕਿ ਪਾਰਟਨਰਸ਼ਿਪ ਐਕਟ ਦੇ ਅੰਡਰ ਰਜਿਸਟਰ ਕਰਵਾਉਣਾ ਪੈਂਦਾ ਹੈ। ਤਾਂ ਰਜਿਸਟਰ ਕਿਸ ਤਰੀਕੇ ਨਾਲ ਹੋਏਗੀ ਕਿ ਵੈਸੇ ਤਾਂ ਇਹਦੀ ਜਿਹੜੀ ਰਜਿਸਟ੍ਰੇਸ਼ਨ ਹੈ ਕੰਪਲਸਰੀ ਨਹੀਂ ਹੈ ਬਟ ਇਨਕਰੇਜ ਕੀਤਾ ਜਾਂਦਾ ਕਿ ਤੁਸੀਂ ਇਹਦੀ ਪਾਰਟਨਰਸ਼ਿਪ ਨੂੰ ਆਪਣੇ ਆਪ ਰਜਿਸਟਰ ਕਰਵਾਓ। ਠੀਕ ਹੈ, ਤਾਂ ਇਹਦੀ ਰਜਿਸਟ੍ਰੇਸ਼ਨ ਦੇ ਵਿੱਚ ਕੀ ਆ ਜਾਂਦਾ ਹੈ ਕਿ ਜਦੋਂ ਵੀ ਪਾਰਟਨਰਸ਼ਿਪ ਫਰਮ ਹੈ ਕਿ ਇੱਕ ਲਿਸਟਿੰਗ ਨੇਮ ਦਿੱਤਾ ਜਾਂਦਾ ਹੈ ਕਿ ਪਾਰਟਨਰਸ਼ਿਪ ਹੈ ਕਿਉਂਕਿ ਇਹਦੇ ਵਿੱਚ ਨੰਬਰ ਆਫ ਮੈਂਬਰਸ ਨੇ ਜਿਹੜੇ ਨੰਬਰ ਆਫ ਪਾਰਟਨਰਸ ਨੇ ਜਿਹੜੇ ਬਿਜ਼ਨਸ ਦੇ ਵਿੱਚ ਇਨਵੋਲਵ ਨੇ ਤਾਂ ਉਹ ਕੀ ਕਰਦੇ ਇੱਕ ਕਾਮਨ ਨੇਮ ਰਜਿਸਟ੍ਰੇਸ਼ਨ ਆਫਿਸ ਵਿੱਚ ਇੱਕ ਉਹਦੀ ਜਿਹੜੀ ਨੇਮ ਹੈ ਉਹਦੇ ਵਿੱਚ ਰਜਿਸਟਰ ਕਰਵਾਇਆ ਜਾਂਦਾ ਹੈ। ਤਾਂ ਰਜਿਸਟ੍ਰੇਸ਼ਨ ਪਾਰਟਨਰਸ਼ਿਪ ਬੇਸਿਕਲੀ ਰਜਿਸਟ੍ਰੇਸ਼ਨ ਇਹਦੇ ਵਿੱਚ ਪਾਰਟਨਰਸ਼ਿਪ ਰਜਿਸਟ੍ਰੇਸ਼ਨ ਦਾ ਮਤਲਬ ਕੀ ਹੈ ਕਿ ਪਾਰਟਨਰਸ਼ਿਪ ਡੀਡ ਨੂੰ ਰਜਿਸਟਰ ਕਰਵਾਉਣਾ ਜਿਹਦੇ ਵਿੱਚ ਪਾਰਟਨਰਸ਼ਿਪ ਨੂੰ ਕਿਸ ਤਰੀਕੇ ਨਾਲ ਰਨ ਹੋਏਗਾ ਉਹਦੇ ਜਿੰਨੇ ਇੰਪੋਰਟੈਂਟ ਟਰਮਸ ਨੇ ਉਹ ਸਾਰੀਆਂ ਟਰਮਸ ਇਹਦੇ ਵਿੱਚ ਲਿਖਿਆ ਜਾਂਦੀਆਂ ਕਿਸ ਤਰੀਕੇ ਨਾਲ ਕਿੰਨਾ ਪ੍ਰੋਫਿਟ ਸ਼ੇਅਰਿੰਗ ਹੋਏਗਾ, ਕੈਪੀਟਲ ਦੇ ਰਿਲੇਟਡ ਪਾਰਟਨਰਸ ਦੇ ਨੇਮਸ ਦੇ ਕੌਣ ਨੇ, ਇਹ ਚੀਜ਼ਾਂ ਦੇ ਕਿਸ ਜਗ੍ਹਾ ਦੇ ਉੱਤੇ ਇਹਦਾ ਆਫਿਸ ਹੋਏਗਾ, ਕਿਹੜੇ ਪਾਰਟਨਰਸ ਇਨਵੋਲਵ ਨੇ, ਉਹਨਾਂ ਦਾ ਨੇਮ ਐਡਰੈਸ, ਠੀਕ ਹੈ, ਅਤੇ ਕਿੰਨੇ ਟਾਈਮ ਪੀਰੀਅਡ ਵਾਸਤੇ ਪਾਰਟਨਰਸ਼ਿਪ ਤੁਸੀਂ ਰਨ ਕਰ ਰਹੇ ਹੋ। ਇਹ ਬੇਸਿਕਲੀ ਇਹ ਸਾਰੀਆਂ ਟਰਮਸ ਪਾਰਟਨਰਸ਼ਿਪ ਡੀਡ ਦੇ ਵਿੱਚ ਆਉਂਦੀਆਂ ਨੇ ਅਤੇ ਇਹ ਸਾਰੀ ਚੀਜ਼ ਨੂੰ ਪਾਰਟਨਰਸ਼ਿਪ ਐਕਟ ਦੇ ਅੰਡਰ ਰਜਿਸਟਰ ਕਰਵਾਇਆ ਜਾਂਦਾ ਹੈ। ਹੁਣ ਜਦੋਂ ਪਾਰਟਨਰਸ਼ਿਪ ਫਰਮ ਨੂੰ ਜਾਂ ਪਾਰਟਨਰਸ਼ਿਪ ਬਿਜ਼ਨਸ ਨੂੰ ਰਜਿਸਟਰ ਕਰਵਾਇਆ ਜਾਂਦਾ ਤਾਂ ਉਸ ਦੇ ਟਾਈਮ ਦੇ ਉੱਤੇ ਇੱਕ ਐਪਲੀਕੇਸ਼ਨ ਫਾਰਮ ਫਿਲ ਕੀਤਾ ਜਾਂਦਾ ਜਿਹਦੇ ਬੇਸਿਕਲੀ ਕੰਟੈਂਟਸ ਕੀ ਨੇ ਕਿ ਫਸਟ ਵਨ ਇਜ਼ ਨੇਮ ਆਫ ਪਾਰਟਨਰਸ਼ਿਪ ਬਿਜ਼ਨਸ ਕਿ ਜਿਹੜਾ ਇਹ ਪਾਰਟਨਰਸ਼ਿਪ ਬਿਜ਼ਨਸ ਹੈ ਦਾ ਬੇਸਿਕਲੀ ਨੇਮ ਕੀ ਹੋਏਗਾ। ਠੀਕ ਹੈ, ਜੋ ਵੀ ਕੰਪਨੀ ਉਸਦਾ ਜੋ ਵੀ ਜਿਹੜੀ ਪਾਰਟਨਰਸ਼ਿਪ ਹੈ ਉਹਦਾ ਨੇਮ ਰੱਖਣਾ ਚਾਹੁੰਦੀ ਹੈ ਉਹ ਨੇਮ ਤੁਸੀਂ ਪਾਰਟਨਰਸ਼ਿਪ ਜਿਹੜੀ ਆਪਣੀ ਰਜਿਸਟ੍ਰੇਸ਼ਨ ਹੈ ਉਸ ਦੇ ਉੱਤੇ ਉਹਦਾ ਨੇਮ ਮੈਂਸ਼ਨ ਕਰੋਗੇ। ਨੈਕਸਟ ਇਜ਼ ਲੋਕੇਸ਼ਨ ਆਫ ਦਾ ਬਿਜ਼ਨਸ, ਜਿਹੜਾ ਬਿਜ਼ਨਸ ਹੈ ਉਹਦੀ ਲੋਕੇਸ਼ਨ ਕਿੱਥੇ ਹੈ, ਆਫਿਸ ਕਿਸ ਜਗ੍ਹਾ 'ਤੇ ਹੋਏਗਾ, ਉਹ ਨੇਮ ਉਹ ਪਲੇਸ ਮੈਂਸ਼ਨ ਹੋਏਗੀ। ਦੈਨ ਆਬਜੈਕਟਿਵ ਆਫ ਦਾ ਬਿਜ਼ਨਸ, ਤੁਸੀਂ ਜਿਹੜਾ ਬਿਜ਼ਨਸ ਹੈ ਜਿਹੜੀ ਪਾਰਟਨਰਸ਼ਿਪ ਹੈ ਕਿਸ ਪਰਪਸ ਕਰਕੇ ਰਨ ਕਰ ਰਹੇ ਹੋ ਉਹ ਆਬਜੈਕਟਿਵ ਮੈਂਸ਼ਨ ਹੋਣਗੇ। ਦੈਨ ਜਿਹੜੇ ਪਾਰਟਨਰਸ ਨੇ ਹੁਣ ਆਪਾਂ ਕਿਹਾ ਲਿਮਿਟਡ ਪਾਰਟਨਰਸ ਹੁੰਦੇ ਨੇ, ਪਾਰਟਨਰ ਕਿਹੜੇ ਪਾਰਟਨਰਸ ਨੇ, ਉਹਨਾਂ ਦੇ ਨੇਮ ਕੀ ਨੇ, ਐਡਰੈਸ ਕੀ ਹੈ ਅਤੇ ਉਹਨਾਂ ਦੇ ਪ੍ਰੋਫੈਸ਼ਨਸ ਕੀ ਨੇ, ਅਤੇ ਇਹ ਸਾਰੀਆਂ ਚੀਜ਼ਾਂ ਮੈਂਸ਼ਨ ਕੀਤੀਆਂ ਜਾਂਦੀਆਂ ਨੇ। ਉਸ ਤੋਂ ਬਾਅਦ ਜਿਹੜੇ ਪਾਰਟਨਰਸ ਨੇ ਸਪੋਜ਼ ਅਗਰ ਉੱਥੇ 4 ਪਾਰਟਨਰਸ ਹੈ ਤਾਂ 4 ਦੇ 4 ਪਾਰਟਨਰਸ ਨੇ ਕਿੰਨੀ ਅਮਾਊਂਟ
ਪਾਰਟਨਰਸ਼ਿਪ ਦੇ ਵਿੱਚ ਇਨਵੈਸਟ ਕੀਤੀ ਹੈ, ਉਹਨਾਂ ਦੀ ਇਨਵੈਸਟਮੈਂਟ, ਉਹਨਾਂ ਦੀ ਕੈਪੀਟਲ, ਉਸ ਤੋਂ ਬਾਅਦ ਕਿਸ ਡੇਟ ਨੂੰ ਕਿਸ ਪਾਰਟਨਰ ਨੇ ਪਾਰਟਨਰਸ਼ਿਪ ਫਰਮ ਨੂੰ ਜੁਆਇਨ ਕੀਤਾ ਹੈ, ਡੇਟ ਆਫ ਜੁਆਇਨਿੰਗ ਆਉਂਦੀ ਹੈ, ਔਰ ਪਾਰਟਨਰਸ਼ਿਪ ਬਿਜ਼ਨਸ ਕਿਸ ਡੇਟ ਨੂੰ ਸਟਾਰਟ ਹੋਏਗਾ। ਇਹ ਸਾਰੀਆਂ ਚੀਜ਼ਾਂ ਜਦੋਂ ਤੁਸੀਂ ਰਜਿਸਟ੍ਰੇਸ਼ਨ ਫਾਰਮ ਜਿਹੜਾ ਐਪਲੀਕੇਸ਼ਨ ਫਾਰਮ ਫਿਲ ਕਰਦੇ ਹੋ ਰਜਿਸਟ੍ਰੇਸ਼ਨ ਦੇ ਟਾਈਮ ਦੇ ਉੱਤੇ, ਇਹ ਸਾਰੀਆਂ ਚੀਜ਼ਾਂ ਉਸ ਦੇ ਵਿੱਚ ਮੈਂਸ਼ਨ ਕੀਤੀਆਂ ਜਾਂਦੀਆਂ ਨੇ। ਸੋ ਇਹ ਤਾਂ ਸੀ ਪਾਰਟਨਰਸ਼ਿਪ ਫਰਮ ਦੀ ਰਜਿਸਟ੍ਰੇਸ਼ਨ ਦਾ ਪ੍ਰੋਸੀਜਰ ਕਿ ਇਸ ਤਰੀਕੇ ਨਾਲ ਜਦੋਂ ਤੁਸੀਂ ਰਜਿਸਟ੍ਰੇਸ਼ਨ ਕਰਵਾਉਣੀ ਹੈ ਤਾਂ ਇਹ ਚੀਜ਼ਾਂ ਨੂੰ ਅਸੀਂ ਰਜਿਸਟਰ ਕਰਵਾਉਣਾ ਜ਼ਰੂਰੀ ਹੈ। ਵਿੱਚ ਕੀ ਟਰਮ ਆ ਗਈ ਕਿ ਪਾਰਟਨਰਸ਼ਿਪ ਫਰਮ ਨੂੰ ਤੁਸੀਂ ਰਜਿਸਟਰ ਕਰਵਾਉਣਾ ਜ਼ਰੂਰੀ ਹੈ। ਹੁਣ ਇਹਦੇ ਵਿੱਚ ਇੱਕ ਟਰਮ ਵੀ ਆ ਜਾਂਦੀ ਹੈ ਕਿ ਇਨ ਕੇਸ ਅਗਰ ਕੋਈ ਪਾਰਟਨਰਸ਼ਿਪ ਫਰਮ ਰਜਿਸਟਰ ਨਹੀਂ ਕਰਵਾਉਂਦੀ, ਅਗਰ ਉਹਨਾਂ ਨੇ ਆਪਣੇ ਆਪ ਨੂੰ ਰਜਿਸਟਰ ਨਹੀਂ ਕਰਵਾਉਂਦੇ ਤਾਂ ਉਸ ਕੇਸ ਦੇ ਵਿੱਚ ਉਹਦੀ ਕੀ ਹੈ, ਅਗਰ ਮਤਲਬ ਕਿ 3 ਮੰਥ ਦੇ ਅੰਦਰ ਅੰਦਰ ਹੀ ਹੁਣ ਇਹ ਰਜਿਸਟ੍ਰੇਸ਼ਨ ਦੇ ਵਿੱਚ ਇੱਕ ਟਰਮ ਕੀ ਆ ਗਈ ਕਿ ਰਜਿਸਟ੍ਰੇਸ਼ਨ ਕਰਵਾਉਣੀ ਜ਼ਰੂਰੀ ਹੈ। ਤੇ ਜਦੋਂ ਰਜਿਸਟ੍ਰੇਸ਼ਨ ਕਰਵਾਉਂਦੇ ਆ ਤਾਂ ਜਿੰਨੇ ਵੀ ਇਹ ਕੰਟੈਂਟਸ ਨੇ, ਇਹ ਕੰਟੈਂਟਸ ਕੀ ਹੋਣੇ ਚਾਹੀਦੇ ਆ, ਸਹੀ ਹੋਣੇ ਚਾਹੀਦੇ ਆ। ਇਨ ਕੇਸ ਕੋਈ ਵੀ ਫਾਲਸ ਪਰਟੀਕੂਲਰਸ ਐਡ ਕੀਤਾ ਜਾਂਦਾ ਤਾਂ ਉਸ ਕੇਸ ਦੇ ਵਿੱਚ ਜਿਹੜੇ ਪਾਰਟਨਰਸ ਨੇ ਉਹਨਾਂ ਨੂੰ 3 ਮੰਥ ਤੱਕ ਦੀ ਇੰਪ੍ਰਿਜ਼ਨਮੈਂਟ ਤੇ ਪੈਨਲਟੀ ਦੋਨੋਂ ਹੀ ਐਂਟਰ ਹੋ ਸਕਦੇ ਆ ਕਿ ਡਿਪੈਂਡ ਕਰਦਾ ਕੀ ਚੀਜ਼ਾਂ ਉਹਨਾਂ ਨੇ ਝੂਠ ਲਿਖੀਆਂ ਨੇ। ਤਾਂ ਅਗਰ ਕੋਈ ਵੀ ਫੈਕਟ ਜਿਹੜਾ ਹੈ ਫਾਲਸ ਹੁੰਦਾ ਤਾਂ ਉਸ ਕੇਸ ਦੇ ਵਿੱਚ ਉਹਨਾਂ ਦੇ ਅਗੇਂਸਟ ਲੀਗਲ ਐਕਸ਼ਨ ਲਿਆ ਜਾਂਦਾ ਹੈ।